ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਜ। ਸ਼ਰਮ ਗਿਆ ਘਰ ਆਪਣੇ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ। ਜੁਗੋ ਜੁਗ ਅਟਲ ਸ਼ਬਦ ਅਵਤਾਰ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਚਰਨ ਛੂਹ ਧਰਤੀ ਤੇ ਆਪ ਸੰਗਤਾਂ ਅਮਾਵਸਿਆ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਮੇਰੇ ਤੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਗੁਰੂ ਕੇ ਕੀਰਤਨ ਦੀ ਸ਼ਬਦ ਨੂੰ ਆਪਾਂ ਸਾਰਿਆਂ ਨੇ ਸਰਵਣ ਕੀਤਾ। ਸੋ ਆਓ ਜਿੰਨਾ ਕੁ ਸਮਾਂ ਦਾਸ ਨੂੰ ਗੁਰਮਤਿ ਵਿਚਾਰਾਂ ਦਾ ਮਿਲਿਆ ਸਤਿਗੁਰ ਜੀ ਪਾਸੋਂ ਆਗਿਆ ਮੰਗ ਕੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਕੁਝ ਘੜੀਆਂ ਗੁਰ ਸ਼ਬਦ ਵਿਚਾਰ ਨਾਲ ਜੁੜ ਸਕੀਏ। ਜਿੰਨੇ ਵੀ ਮਾਈ ਭਾਈ ਆਪਾਂ ਦੀਵਾਨ ਹਾਲ ਦੀ ਹਾਜ਼ਰੀ ਭਰ ਰਹੇ ਹਾਂ ਅਤੇ ਜੋ ਬਾਹਰ ਆਪੋ ਆਪਣੀ ਸੇਵਾ ਕਰ ਰਹੇ ਨੇ ਮੁਬਾਰਕ ਹੈ। ਬਾਕੀ ਬੇਨਤੀ ਹੈ ਜੋ ਇੱਧਰ ਉੱਧਰ ਖਾਲੀ ਤੁਰ ਫਿਰ ਰਹੇ ਨੇ ਉਹ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰੀ ਭਰੋ। ਸੋ ਕਰੋ ਕਿਰਪਾ ਸਰਬੱਤ ਮਾਈ ਭਾਈ ਫਤਿਹ ਦੀ ਸਾਂਝ ਪਾਓ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜੇ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤਾ। ਇਸ ਸ਼ਬਦ ਦੀ ਵਿਚਾਰ ਕਰਕੇ ਮੈਂ ਖਿਮਾ ਦਾ ਜਾਚਕ ਹੋ ਜਾਣਾ। ਸਾਧ ਸੰਗਤ ਕਦੀ ਸਮਾਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਜਦੋਂ ਸਮਾਜ ਦਾ ਢਾਂਚਾ ਜਿੱਥੇ ਧਾਰਮਿਕ ਢਾਂਚੇ ਵਿਗੜੇ ਸਨ ਰਾਜਨੀਤਿਕ ਢਾਂਚੇ ਵਿਗੜੇ ਸਨ ਉੱਥੇ ਸਮਾਜਿਕ ਢਾਂਚਾ ਵੀ ਪੂਰੀ ਤਰ੍ਹਾਂ ਵਿਗੜ ਚੁੱਕਿਆ ਸੀ ਡਾਵਾਂਡੋਲ ਹੋ ਚੁੱਕਿਆ ਸੀ। ਜਿੱਦਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਸਰਵਣ ਕਰਦੇ ਰਹਿੰਦੇ ਆ ਕਿ ਰਾਜੇ ਕਿਸ ਤਰ੍ਹਾਂ ਪਰਜਾ ਨੂੰ ਨਿਚੋੜ ਰਹੇ ਨੇ ਗਰੀਬਾਂ ਦਾ ਹੱਕ ਖਾ ਰਹੇ ਨੇ। ਧਾਰਮਿਕ ਲੋਕ ਧਰਮ ਦੇ ਆਗੂ ਜਿਨ੍ਹਾਂ ਨੇ ਧਰਮ ਦੇ ਗਿਆਨ ਨੂੰ ਸੱਚੀ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਲੋਕਾਂ ਨੂੰ ਪਹੁੰਚਾ ਕਰਕੇ ਧਰਮ ਦੇ ਰਸਤੇ ਤੇ ਤੋਰਨਾ ਸੀ ਉਹ ਲੋਕ ਆਪਣੀਆਂ ਜੇਬਾਂ ਭਰ ਕੇ ਤੇ ਧਰਮ ਦੀ ਪਦਵੀ ਦਾ ਬਦ ਵਰਤੋਂ ਕਰ ਰਹੇ ਨੇ। ਇਸ ਤਰ੍ਹਾਂ ਸਮਾਜ ਵਿੱਚ ਵੀ ਕੁਝ ਉਹ ਸਮਾਂ ਚੱਲਿਆ ਘਰਾਂ ਦੇ ਮਾਹੌਲ ਵਿਗੜ ਗਏ। ਘਰਾਂ ਦੇ ਵਿੱਚ ਜਿਹੜੀਆਂ ਇਸਤਰੀਆਂ ਨੇ ਪਾਤਸ਼ਾਹ ਜੀ ਕਹਿੰਦੇ ਨੇ ਰੰਨਾਂ ਹੋਈਆਂ ਬੋਧੀਆਂ
ਵੈਸੇ ਬੋਧੀਆਂ ਦਾ ਅਰਥ ਗਿਆਨਵਾਨ, ਪੁਰਸ਼ ਹੋਏ ਸ਼ਯਾਦ, ਸ਼ਯਾਦ ਦਾ ਅਰਥ ਹੈ ਸ਼ਿਕਾਰੀ। ਔਰਤਾਂ ਜਿਹੜੀਆਂ ਗਿਆਨਵਾਨ ਨੇ, ਪੁਰਸ਼ ਜਿਹੜੇ ਨੇ ਸ਼ਿਕਾਰੀ ਬਣ ਚੁੱਕੇ ਨੇ। ਪਰ ਇਹਦਾ ਗਹਿਰਾਈ 'ਚ ਜਦੋਂ ਅਰਥ ਪੜਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਮਾਂ ਇਹ ਆ ਗਿਆ ਕਿ ਬੰਦਾ ਤੇ ਸ਼ਿਕਾਰ ਕਰਦਾ। ਸ਼ਿਕਾਰ ਕਾਹਦਾ ਜੀ? ਜਾਨਵਰਾਂ ਦਾ ਨਹੀਂ। ਹਾਲਾਤ ਇਹ ਬਣ ਗਈ ਹੈ, ਬੰਦਾ ਬੰਦੇ ਨੂੰ ਖਾਣ ਲੱਗ ਪਿਆ। ਸਰੀਰ ਨੂੰ ਨਹੀਂ ਖਾ ਰਿਹਾ, ਚੰਮ ਨੂੰ ਨਹੀਂ ਖਾ ਰਿਹਾ, ਪਰ ਅਰਥ ਇਹ ਨਿਕਲਦਾ ਕਿ ਸੱਚ ਜਾਣੋ ਉਸ ਸਮੇਂ ਦੀ ਗਰੀਬ ਗੁਰਦ ਬੰਦੇ ਨੂੰ ਅਮੀਰ ਬੰਦਾ ਨਿਚੋੜ ਕੇ ਖਾਂਦਾ। ਭਾਵੇਂ ਉਹ ਹੱਕ ਖਾਂਦਾ, ਭਾਵੇਂ ਉਹ ਕਿਸੇ ਦੀ ਜ਼ਮੀਨ ਜਾਇਦਾਦ ਤੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰਦਾ ਜਾਂ ਰਿਸ਼ਵਤ ਲੈਂਦਾ, ਗਰੀਬ ਮਾਰ ਕਰਦਾ। ਇਸ ਤਰ੍ਹਾਂ ਜਿਹੜੇ ਲੋਕ ਨੇ, ਆਗੂ ਨੇ, ਉਹ ਦੁਨੀਆ ਦੇ ਲੋਕਾਂ ਨੂੰ ਖਾ ਰਹੇ ਨੇ, ਤਗੜਾ ਮਾੜੇ ਨੂੰ ਖਾ ਰਿਹਾ ਹੈ। ਤੇ ਉਹਨਾਂ ਦੇ ਖਾਣ ਦੇ ਵਿੱਚ ਜਿਹੜੀ ਔਰਤ ਹੈ, ਜਿਨਨੇ ਆ ਕਰਕੇ ਇਹ ਸੂਤ ਦੇਣੀ ਸੀ ਕਿ ਨਹੀਂ, ਇਹ ਸਾਡੇ ਹੱਕ ਦਾ ਨਹੀਂ, ਅਸੀਂ ਕਿਸੇ ਨੂੰ ਗਰੀਬ ਦੀ ਮਾਰ ਕਰਕੇ ਉਹਨੂੰ ਕੋ ਖਾਣਾ ਨਹੀਂ, ਬਲਕਿ ਔਰਤਾਂ ਨੂੰ ਹੋਰ ਗਿਆਨ ਵੰਡ ਰਹੀਆਂ ਨੇ ਕਿ ਚੰਗਾ ਕੰਮ ਚੱਲਿਆ, ਤੂੰ ਲੁੱਟੀ ਜਾ ਤੇ ਘਰ ਭਰੀ ਜਾਈਏ ਆਪਣੇ। ਮਹਾਰਾਜ ਕਹਿੰਦੇ ਨੇ ਦੋਨੋਂ ਵਿਗੜ ਗਏ, ਔਰਤ ਤੇ ਮਰਦ ਦੋਨਾਂ ਦੇ ਰਿਸ਼ਤੇ ਦੇ ਵਿੱਚ ਅਧਰਮ ਦਾ ਵਾਸਾ ਹੋ ਗਿਆ। ਰੰਨਾਂ ਹੋਈਆਂ ਬੋਧੀਆਂ, ਪੁਰਸ਼ ਹੋਏ ਸ਼ਯਾਦ। ਤੇ ਉਹ ਕੁਝ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਤੋਂ ਤਕਰੀਬਨ 551 ਸਾਲ ਪਹਿਲਾਂ ਸਾਧ ਸੰਗਤ ਮਹਾਰਾਜ ਜੀ ਦਾ ਸ਼ਰੀਰ ਕਰਕੇ ਅਵਤਾਰ ਹੁੰਦਾ ਹੈ, ਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੀ ਚੋਟ ਦੇ ਨਾਲ ਦੁਨੀਆ ਨੂੰ ਸਮਝਾਇਆ। ਪਰ ਅੱਜ ਝਾਤ ਮਾਰ ਕੇ ਦੇਖੋ, ਫਿਰ ਉਹੀ ਸਮਾਂ ਸਾਡੇ ਘਰਾਂ ਵਿੱਚ, ਸਮਾਜ ਵਿੱਚ ਵਾਪਸ ਆ ਗਿਆ। ਅੱਜ ਵੀ ਇਹ ਕੁਝ ਹੋ ਰਿਹਾ, ਵੱਡਾ ਛੋਟੇ ਨੂੰ ਖਾ ਰਿਹਾ। ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ। ਕੋਈ ਲੱਕੜਹਾਰਾ ਬੰਦਾ ਲੱਕੜਾਂ ਵੱਢਦਾ, ਲੱਕੜਾਂ ਦਾ ਗੁਜ਼ਾਰਾ ਉਹਦਾ ਘਰ ਦਾ ਚੱਲਦਾ, ਵੇਚ ਕੇ ਜੋ ਪੈਸੇ ਹੁੰਦੇ ਨੇ ਰੋਟੀ ਪਕਾਉਂਦਾ। ਇੱਕ ਦਿਨ ਉਹਨੇ ਸਿਰ ਤੇ ਲੱਕੜਾਂ ਦੀ ਪੰਡ ਰੱਖੀ, ਘਰ ਨੂੰ ਤੁਰਿਆ ਹੁੰਦਾ। ਸਾਧ ਸੰਗਤ ਰਸਤੇ ਦੇ ਵਿੱਚ ਕੋਈ ਗਲੀ ਦਾ ਕੁੱਤਾ ਪਿਆ, ਉਸ ਕੁੱਤੇ ਨੇ ਉਸ ਲੱਕੜਹਾਰੇ ਦੀ ਲੱਤ ਉੱਤੇ ਦੰਦੀ ਵੱਢੀ ਤੇ ਲਹੂ ਵਗਣ ਲੱਗ ਪਿਆ। ਉਹ ਘਰ ਆਇਆ, ਛੋਟੀ ਜੀ ਉਹਦੀ ਬੱਚੀ ਹੈ, ਦੁਨੀਆ ਤੋਂ ਸਮਾਜ ਤੋਂ ਅਣਜਾਣ, ਤੋਤਲੀ ਆਵਾਜ਼ ਵਿੱਚ ਆਪਣੇ ਬਾਪ ਨੂੰ ਪੁੱਛਦੀ, ਪਿਤਾ ਜੀ ਲੱਤ ਤੇ ਲਹੂ ਕਿਉਂ ਨਿਕਲਦਾ? ਹੁਣ ਉਸ ਬਾਪ ਨੇ ਉੱਤਰ ਦਿੱਤਾ, ਕਹਿੰਦਾ ਬੱਚੀ ਧੀਏ, ਮੈਂ ਪੰਡ ਲੱਕੜਾਂ ਦੀ ਚੁੱਕ ਕੇ ਆ ਰਿਹਾ ਸਾਂ, ਰਸਤੇ ਵਿੱਚ ਇੱਕ ਕੁੱਤਾ ਆਇਆ, ਉਹਨੇ ਮੇਰੀ ਲੱਤ ਤੇ ਦੰਦੀ ਵੱਢੀ, ਮੇਰਾ ਮਾਸ ਵੱਢ ਲਿਆ। ਹੁਣ ਅੱਗੋਂ ਬੱਚੀ ਨੂੰ ਪਤਾ ਨਹੀਂ ਸਮਾਜ ਦੀ ਸੂਝ ਦਾ, ਭੋਲੇ ਜੇ ਭਾਵ ਵਿੱਚ ਆ ਕੇ ਕਹਿੰਦੀ, ਬਾਪੂ ਜੇ ਕੁੱਤੇ ਨੇ ਤੇਰੀ ਲੱਤ ਤੇ ਦੰਦੀ ਵੱਢੀ ਤੇ ਤੂੰ ਕਿਉਂ ਨਾ ਕੁੱਤੇ ਦੀ ਲੱਤ ਤੇ ਦੰਦੀ ਵੱਢੀ, ਤੂੰ ਵੀ ਉਹਦੀ ਲੱਤ ਤੇ ਦੰਦੀ ਵੱਢ ਲੈਂਦਾ। ਉਹਨੇ ਜਵਾਬ ਦਿੱਤਾ, ਕਹਿੰਦਾ ਨਹੀਂ ਧੀਏ, ਕੁੱਤਾ ਬੰਦੇ ਨੂੰ ਦੰਦੀ ਵੱਢ ਲੈਂਦਾ ਹੈ, ਪਰ ਬੰਦਾ ਇੱਕ ਇੰਨਾ ਅਕ੍ਰਿਤ ਕਣ ਨਹੀਂ ਕਿ ਕੁੱਤਿਆਂ ਨੂੰ ਦੰਦੀਆਂ ਵੱਢ ਕੇ ਖਾਏ। ਪਰ ਹਾਲਾਤ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਜਾਣੂ ਪੜੋ। ਪਾਤਸ਼ਾਹ ਜੀ ਕਹਿੰਦੇ ਨੇ, ਕੁਦਮ ਕਰੇ ਪਸ ਪੰਖੀਆਂ, ਦਿਸੈ ਨਾਹੀ ਕਾਲ। ਕੁਦਮ ਧਾਰਦਾ ਹਰਕਤਾਂ, ਇਨਸਾਨ ਦੀਆਂ ਹਰਕਤਾਂ ਵੀ ਪਸ਼ੂ ਤੇ ਪੰਛੀਆਂ ਵਰਗੀਆਂ ਹੋ ਗਈਆਂ। ਉਤੈ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ। ਉਹਦੇ ਨਾਲ ਦਾ ਹੀ ਮਨੁੱਖ ਬਣ ਗਿਆ, ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤ ਮਨੁੱਖੀ ਹੈ, ਪਰ ਜਿਹੜੀਆਂ ਕਰਤੂਤਾਂ ਨੇ, ਜਿਹੜਾ ਜੀਵਨ ਜੀਣ ਦਾ ਢੰਗ ਹੈ, ਉਹ ਪਸ਼ੂਆਂ ਵਾਲਾ ਹੋ ਚੁੱਕਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਅੱਜ ਸੱਚਮੁੱਚ ਸਮਾਜ ਵਿੱਚ ਕੁਝ ਦੇਖਣ ਨੂੰ ਮਿਲਦਾ ਹੈ। ਮਹਾਰਾਜ ਜੀ ਦੀ ਅਗਲੀ ਪੰਕਤੀ ਬੜੀ ਸੋਹਣੀ ਵਿਆਖਿਆ, ਕਹਿੰਦੇ ਨੇ, ਸੀਲ ਸੰਜਮ ਸੋਚ ਭੰਨੀ, ਖਾਣਾ ਖਾਜ ਆਹਾਜ। ਸੀਲਤਾ ਚਲੇ ਗਈ ਔਰਤ ਦੀ ਜ਼ਿੰਦਗੀ ਵਿੱਚੋਂ, ਪੁਰਸ਼ ਦੀ ਜ਼ਿੰਦਗੀ ਦੇ ਵਿੱਚੋਂ ਸੰਜਮ ਚਲਿਆ ਗਿਆ। ਜੀਵਨ ਉੱਤੇ ਸੰਜਮ ਨਾ ਰਹਿ ਗਿਆ, ਖਾਣ ਪੀਣ ਤੇ ਪਹਿਨਾਵੇ ਤੇ ਕੋਈ ਸੰਜਮ ਨਾ ਰਹਿ ਗਿਆ। ਅੱਜ ਵੀ ਇਹ ਕੁਝ ਵਾਪਰ ਰਿਹਾ। ਸਮਾਜ ਦੇ ਹਾਲਾਤ ਨੇ, ਕਈ ਵਾਰੀ ਇਹ ਗੱਲਾਂ ਸਟੇਜਾਂ 'ਚੋਂ ਪ੍ਰਚਾਰੀਆਂ ਜਾਣ ਤੇ ਕਈ ਲੋਕਾਂ ਨੂੰ ਬੜਾ ਭਾਰਾ ਦੁੱਖ ਲੱਗਦਾ, ਕ੍ਰੋਧ ਹੁੰਦਾ ਵੀ ਇਹ ਗੱਲਾਂ ਸਾਨੂੰ ਕਿਉਂ ਕਹੀਆਂ ਜਾ ਰਹੀਆਂ ਨੇ। ਅਸੀਂ ਅੱਜ ਦੇ ਸਮਾਜ ਦੇ ਨਾਲ ਚੱਲਣ ਵਾਲੇ ਲੋਕ ਆ। ਪਰ ਠੀਕ ਹੈ, ਸਮਾਜ ਨਾਲ ਚੱਲੀਏ, ਮੈਂ ਨਹੀਂ ਕਹਿੰਦਾ ਸਮਾਜ ਨਾਲ ਨਾ ਚੱਲੋ, ਪਰ ਸਮਾਜ ਨਾਲ ਚੱਲਦਿਆਂ ਕਦੀ ਆਪਣੇ ਧਰਮ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਜੋ ਗੁਰਬਾਣੀ ਦੇ ਉਦੇਸ਼ ਨੇ, ਉਹਨਾਂ ਉਦੇਸ਼ਾਂ ਨੂੰ ਰੋਂਦ ਕੇ ਨਹੀਂ ਅੱਗੇ ਨਿਕਲਣਾ ਚਾਹੀਦਾ। ਸਾਧ ਸੰਗਤ ਅੱਜ ਤੁਸੀਂ ਦੇਖੋ, ਮਾਤਾਵਾਂ ਭੈਣਾਂ ਬੈਠੀਆਂ ਨੇ, ਸ਼ੁਰੂ ਤੋਂ ਸਾਡਾ ਇਹ ਵਿਰਸਾ ਰਿਹਾ ਕਿ ਭੈਣਾਂ ਨੇ ਸਿਰ ਤੇ ਚੁੰਨੀ ਰੱਖਣੀ ਹੈ, ਮਾਤਾਵਾਂ ਨੇ ਭੈਣਾਂ ਨੇ ਚੁੰਨੀ ਸਿਰ ਤੇ ਰੱਖਣੀ ਹੈ। ਪਰ ਅੱਜ ਇਹ ਕੰਮ ਬਹੁਤ ਘਟ ਗਿਆ ਹੈ। ਬੜੇ ਬਦ ਅਫਸੋਸ ਨਾਲ ਕਹਿਣਾ ਪੈਂਦਾ, ਗੁਰੂ ਘਰਾਂ ਦੇ ਵਿੱਚ ਵੀ ਕਈ ਵਾਰੀ ਮੇਰੀਆਂ ਭੈਣਾਂ ਆ ਕੇ ਮੱਥਾ ਟੇਕਦੀਆਂ ਨੇ ਤੇ ਸਿਰ ਤੇ ਚੁੰਨੀ ਨਹੀਂ, ਛੋਟਾ ਜਿਹਾ ਰੁਮਾਲ ਰੱਖਿਆ ਹੁੰਦਾ।
ਔਰ ਕਈਆਂ ਦੇ ਸਿਰ ਤੇ ਰਮਾਲ ਵੀ ਨਹੀਂ ਹੁੰਦਾ, ਉਹਨੂੰ ਟੋਕਣਾ ਪੈਂਦਾ, ਭੈਣੇ ਤੂੰ ਗੁਰੂ ਦੇ ਦਰਬਾਰ ਵਿੱਚ ਆਈ, ਆਪਣਾ ਸਿਰ ਕੱਜ ਲੈ। ਕੱਪੜਾ ਕਾਹਦੇ ਵਾਸਤੇ ਹੈ? ਕੱਪੜਾ ਤਨ ਢੱਕਣ ਵਾਸਤੇ ਹੈ। ਪਰ ਅੱਜ ਸੱਚ ਜਾਣੋ, ਤੁਸੀਂ ਖੁਦ ਦੱਸੋ ਕਿ ਕੱਪੜਾ ਤਨ ਢੱਕਣ ਵਾਸਤੇ ਰਹਿ ਗਿਆ? ਸਰੀਰ ਤੇ ਕੱਪੜੇ ਦੀ ਲੋੜ ਸੀ ਕਿ ਤਨ ਨੂੰ, ਨੰਗੇਜ਼ ਨੂੰ ਢੱਕ ਸਕੇ। ਅੱਜ ਖਿਮਾ ਕਰਿਓ, ਅੱਜ ਬੱਚੀਆਂ, ਬੀਬੀਆਂ, ਭੈਣਾਂ ਐਸੇ ਐਸੇ ਕੱਪੜੇ ਪਾਉਂਦੀਆਂ ਨੇ ਜਿਹੜੇ ਸ਼ਾਇਦ ਸਾਡੇ ਵਿਰਸੇ ਕਦੀ ਉਹਦੀ ਅਥਾਰਟੀ ਨਹੀਂ ਦੇਗਾ, ਪਰ ਉਹ ਪਾਏ ਜਾਂਦੇ ਨੇ। ਸਿਰ ਨੰਗਾ ਹੁੰਦਾ ਔਰ ਤੁਸੀਂ ਆਪਣੇ ਕਦੇ ਵਿਰਸੇ ਨੂੰ ਫਰੋਲ ਕੇ ਵੇਖੋ। ਭਾਈ ਗੁਰਦਾਸ ਜੀ ਦੀ ਇੱਕ ਘਟਨਾ ਮੈਨੂੰ ਯਾਦ ਆ ਗਈ, ਬੜੇ ਸੋਹਣੇ ਉਹਨਾਂ ਨੇ, ਚਲੋ ਹਾਸ ਰਸ ਦੀ ਘਟਨਾ ਹੈ ਸਿੱਖਿਆ ਵਾਸਤੇ। ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ, ਜਿਸ ਔਰਤ ਦੇ ਸਿਰ ਦਾ ਸਾਈਂ ਚੜ੍ਹਾਈ ਕਰ ਜਾਂਦਾ ਸੀ ਤੇ ਸਾਡੇ ਬਜ਼ੁਰਗ ਸ਼ਬਦ ਵਰਤਦੇ ਸਨ, ਆ ਬੱਚੀ ਸਿਰ ਤੋਂ ਨੰਗੀ ਹੋ ਗਈ, ਇਹ ਕਿਹਾ ਜਾਂਦਾ ਸੀ। ਅੱਜ ਸਿਰਾਂ ਤੋਂ ਚੁੰਨੀਆਂ ਲੈ ਗਈਆਂ। ਸਾਧ ਸੰਗਤ, ਭਾਈ ਗੁਰਦਾਸ ਬੜੀ ਸੋਹਣੀ ਗੱਲ ਕਹਿੰਦੇ ਨੇ ਇੱਕ ਬਜ਼ੁਰਗ ਬੰਦਾ ਹੈ, ਸਮਾਂ ਉਹ ਹੈ ਜਦੋਂ ਸਿਰ ਤੋਂ ਚੁੰਨੀ ਨਹੀਂ ਲੱਗ ਜਾਂਦੀ। ਜੇ ਸਿਰ ਤੋਂ ਚੁੰਨੀ ਜਾਂ ਮਰਦ ਦੇ ਸਿਰ ਤੋਂ ਪੱਗ ਲੱਗ ਜੇ ਤੇ ਇਹ ਸਮਝਿਆ ਜਾਂਦਾ ਸੀ ਕਿ ਕਿਸੇ ਦੀ ਅੱਜ ਮੌਤ ਹੋ ਗਈ, ਤਾਂ ਸਿਰ ਤੋਂ ਪੱਗ ਲੱਥੀ ਹੈ। ਇਹ ਸੂਚਕ ਸੀ, ਨਿਸ਼ਾਨੀ ਸੀ ਮੌਤ ਦਾ ਸੁਨੇਹਾ ਦੇਣ ਦੀ। ਕੋਈ ਬਜ਼ੁਰਗ ਆਪਣੇ ਖੂਹ ਤੇ ਜਾਂਦਾ, ਖੇਤ ਵਿੱਚ ਨਹਾਉਂਦਾ, ਨਹਾ ਕਰਕੇ ਉਹਨੇ ਜਦੋਂ ਘਰ ਤੁਰਨ ਲੱਗਾ ਤੇ ਸਾਧ ਸੰਗਤ, ਭਾਈ ਗੁਰਦਾਸ ਕਹਿੰਦੇ ਨੇ, ਉਹਨੂੰ ਆਪਣੀ ਪੱਗ ਸਿਰ ਤੇ ਰੱਖਣ ਦਾ ਚੇਤਾ ਭੁੱਲ ਗਿਆ। ਸਿਰ ਤੇ ਪੱਗ ਨਾ ਰੱਖੀ, ਪੈਲੀ ਵਿੱਚੋਂ ਘਰਾਂ ਨੂੰ ਤੁਰਿਆ ਹੁੰਦਾ ਤੇ ਜਿਹੜੀ ਉਹਦੀ ਨੂੰਹ ਸੀ ਨਾ, ਉਹ ਚਵਾਰੇ ਚੜੀ ਸੀ ਕਿਤੇ। ਉਹਨੇ ਵੇਖਿਆ ਵੀ ਬਾਪੂ ਨੰਗੇ ਸਿਰ ਆਈ ਜਾਂਦਾ, ਉਹਨੇ ਉੱਥੇ ਪਿੱਟਣਾ ਸ਼ੁਰੂ ਕਰ ਦਿੱਤਾ ਵੀ ਕਿਸੇ ਦੀ ਮੌਤ ਹੋ ਗਈ। ਰੋਂਦੀ ਹੈ, ਪਿੱਟਦੀ ਹੈ, ਥੱਲੇ ਉਤਰੀ। ਅੜੋਸੀਆਂ ਪੜੋਸੀਆਂ ਨੇ ਸੁਣਿਆ, ਸਾਰੇ ਲੋਕ ਆਏ, ਰੋਣ ਲੱਗ ਪਏ, ਪਿੱਟਣ ਲੱਗ ਪਏ, ਦਰੀਆਂ ਵਿਛਾ ਕੇ ਬਹਿ ਗਏ। ਸਾਧ ਸੰਗਤ, ਭਾਈ ਗੁਰਦਾਸ ਕਹਿੰਦੇ ਨੇ ਕਲੇਸ਼ ਪਿਆ, ਘਰ ਦੇ ਵਿੱਚ ਰੋ ਰਹੇ ਨੇ, ਪਤਾ ਨਹੀਂ ਹੋਇਆ ਕੀ ਹੈ। ਉਧਰੋਂ ਉਹ ਬਜ਼ੁਰਗ ਬਾਪੂ ਉਹ ਵੀ ਆ ਗਿਆ, ਉਹਨੇ ਵੇਖਿਆ ਵੀ ਰੋਣ ਪਿੱਟ ਪਿਆ, ਕਿਸੇ ਨਾ ਕਿਸੇ ਦੀ ਮੌਤ ਹੋ ਗਈ, ਉਹ ਵੀ ਦਰੀ ਤੇ ਆ ਕੇ ਬਹਿ ਗਿਆ। ਉਧਰੋਂ ਪਿੱਟੀ ਕਹਿੰਦੇ ਸਨ ਵੀ ਜਿਹੜੀ ਹੁੰਦੀ ਸੀ ਵੈਣ ਪਾਉਂਦੀ ਸੀ, ਕਈ ਵੈਣ ਵੀ ਕਹਿੰਦੇ ਸਨ, ਕਈ ਪਿੱਟੀ ਕਹਿੰਦੇ ਸਨ, ਆਪੋ ਆਪਣੀ ਭਾਸ਼ਾ ਵਿੱਚ ਉਹ ਆਈ। ਉਹਦਾ ਕੰਮ ਹੁੰਦਾ ਸੀ, ਉਹਨੇ ਉੱਚੀ ਉੱਚੀ ਰੋ ਕੇ ਵੈਣ ਪਾਣੇ ਤੇ ਜਿਹੜਾ ਮਰਿਆ ਸੀ ਉਹਦਾ ਨਾਮ ਲਾ ਕੇ ਵੈਣ ਪਾਣੇ। ਬੰਦਾ ਜਾਂ ਜਨਾਨੀ ਉਹਦੇ ਨਾਮ ਤੋਂ ਵੈਣ ਪੈਣੇ। ਉਹ ਆਈ, ਉਹ ਆ ਕਰਕੇ ਤੇ ਨੂੰਹ ਨੂੰ ਪੁੱਛਦੀ ਏ ਵੀ ਦੱਸ ਵੈਣ ਜਨਾਨੀ ਦੇ ਨਾਂ ਦਾ ਪਾਵਾਂ ਜਾਂ ਬੰਦੇ ਦੇ ਨਾਂ ਦਾ ਪਾਵਾਂ? ਉਹ ਨੂੰਹ ਕਹਿੰਦੀ ਮੈਨੂੰ ਨਹੀਂ ਪਤਾ, ਬਾਪੂ ਬੈਠਾ, ਬਾਪੂ ਨੂੰ ਪੁੱਛ ਲੈ। ਹੁਣ ਉਹ ਬਾਪੂ ਕੋ ਜਾਂਦੀ। ਭਾਈ ਗੁਰਦਾਸ ਕਹਿੰਦੇ ਨੇ ਠੰਡਾ ਖੂਹ ਨਹਾਏ ਕੈ, ਪੱਗ ਵਿਸਾਰ ਆਇਆ ਸਿਰ ਨੰਗੇ। ਠੰਡੇ ਖੂਹ ਤੋਂ ਨਹਾ ਕੇ ਪੱਗ ਛੱਡ ਆਇਆ, ਨੰਗੇ ਸਿਰ ਘਰ ਆ ਗਿਆ। ਰੰਨਾਂ ਹੋਈਆਂ ਕਮਲੀਆਂ, ਔਰਤਾਂ ਕਮਲੀਆਂ ਹੋ ਗਈਆਂ, ਪਤਾ ਨਹੀਂ ਕੌਣ ਮਰ ਗਿਆ, ਰੋਈ ਜਾਣੀ, ਪੁੱਛਿਆ ਨਹੀਂ ਵੀ ਮਰਿਆ ਕੌਣ, ਰੋ ਰਹੀਆਂ ਨੇ, ਪਿੱਟ ਰਹੀਆਂ ਨੇ। ਤੇ ਅੱਗੇ ਜਦੋਂ ਪਿੱਟੀ ਨੇ ਪੁੱਛਿਆ ਵੀ ਦੱਸੋ ਕਿਹਦੇ ਨਾਂ ਦਾ ਵਹਿਣ ਪਾਵਾਂ, ਤੇ ਨੂੰਹ ਅੱਗੋਂ ਕਹਿੰਦੀ ਹੈ ਸੋਹਰੇ ਪੁੱਛੇ ਜਾਏ ਕੈ। ਸੋਹਰੇ ਨੂੰ ਜਾ ਕੇ ਪੁੱਛ, ਕੀ ਪੁੱਛ ਕਿ ਮਰਿਆ ਕੌਣ ਹੈ। ਹੁਣ ਉਹ ਜਾਂਦੀ ਸੋਹਰੇ ਕੋ, ਉਸ ਬਜ਼ੁਰਗ ਨੂੰ ਕਹਿੰਦੀ ਬਾਪੂ ਦੱਸ ਵਹਿਣ ਕਿਹਦੇ ਨਾਂ ਦਾ ਪਾਵਾਂ। ਬਾਪੂ ਕਹਿੰਦਾ ਮੈਨੂੰ ਕੀ ਪਤਾ ਕਿਹਦੇ ਨਾਂ ਦਾ ਵਹਿਣ ਪੈਣਾ। ਉਹ ਕਹਿੰਦੀ ਹੱਦ ਹੋ ਗਈ, ਤੂੰ ਨੰਗੇ ਸਿਰ ਬੈਠਿਆ ਸੀ, ਸੋਚਿਆ ਕੋਈ ਮਰ ਗਿਆ। ਉਹਨੇ ਦੇਖਿਆ ਵੀ ਸਿਰ ਤੇ ਪੱਗ ਨਹੀਂ, ਉਸੇ ਸਮੇਂ ਭੱਜਿਆ ਪੈਲੀ ਵਿੱਚ ਜਾ ਕੇ ਪੱਗ ਲੈ ਕੇ ਆਇਆ। ਤੇ ਜਿਹੜੇ ਬੰਦੇ ਦਰੀਆਂ ਤੇ ਬੈਠੇ ਸਨ ਉੱਠ ਕੇ ਮੰਜੀਆਂ ਤੇ ਹੋ ਗਏ। ਇਹ ਮੈਂ ਤਾਂ ਅਰਜ਼ ਕੀਤੀ ਵੀ ਕਿਸੇ ਸਮੇਂ ਇਹ ਸੂਚਕ ਸੀ ਵੀ ਬੀਬੀ ਨੇ, ਭਾਈ ਨੇ ਸਿਰ ਨੰਗਾ ਨਹੀਂ ਕਰਨਾ। ਸਾਧ ਸੰਗਤ, ਕਿਤੇ ਤੁਸੀਂ ਆਪਣਾ ਇਤਿਹਾਸ ਪੜ੍ਹੋ, ਜਦੋਂ ਹਿੰਦੁਸਤਾਨ ਦੀ ਧਰਤੀ ਤੇ ਬਗਾਨੇ ਦੇਸ਼ਾਂ ਚੋਂ ਜਾਂ ਇਸ ਦੇਸ਼ ਦੇ ਹਾਕਮਾਂ ਨੇ ਆ ਕਰਕੇ ਗੈਰ ਧਰਮ ਦੀਆਂ ਔਰਤਾਂ ਦੀ ਇੱਜ਼ਤ ਤੇ ਹੱਥ ਪਾਇਆ, ਭੈਣਾਂ ਦੀ ਚੁੰਨੀ ਨੂੰ ਸਾਧ ਸੰਗਤ ਦਾਗ ਲਾਇਆ, ਵੀਰਾਂ ਦੀ ਪੱਗ ਨੂੰ, ਸਿਰ ਦੇ ਤਾਜ ਨੂੰ ਦਾਗ ਲਾਇਆ, ਉਸ ਵਕਤ ਖਾਲਸਾ ਅੱਗੇ ਆਇਆ ਸੀ। ਉਹਨੇ ਆ ਕਰਕੇ ਮਦਦ ਕੀਤੀ, ਭਾਵੇਂ ਉਹ ਗੈਰ ਧਰਮ ਦੀਆਂ ਸਨ, ਪਰ ਜਿਨ੍ਹਾਂ ਦੀ ਚੁੰਨੀ ਦੀ ਪੱਤ ਲੁੱਟੀ ਗਈ, ਉਹਨਾਂ ਬੰਦਿਆਂ ਨੂੰ ਜਾ ਕਰਕੇ ਜਿਨ੍ਹਾਂ ਨੇ ਲੁੱਟੀ, ਉਹਨਾਂ ਨੂੰ ਮਾਰ ਕੇ ਖਤਮ ਕੀਤਾ ਸੀ। ਤੇ ਅੱਜ ਇੱਕ ਸਵਾਲ ਬਣਦਾ ਹੈ ਕਿ ਖਾਲਸਾ ਕਦੀ ਗੈਰ ਧਰਮ ਦੇ ਉੱਤੇ, ਇਹ ਮਜ਼ਲੂਮਾਂ ਦੇ ਉੱਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਹੋਣ ਦਿੰਦਾ, ਚੁੰਨੀ ਤੇ ਪੱਗ ਦੀ ਆਬਰੂ ਟੱਕਦਾ ਹੈ। ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਸਾਡੀਆਂ ਭੈਣਾਂ ਨੇ ਗਲਿਆਂ 'ਚ ਚੁੰਨੀਆਂ ਲਾਤੀਆਂ, ਵੀਰਾਂ ਨੇ ਸਿਰਾਂ ਤੋਂ ਪੱਗਾਂ ਲਾਤੀਆਂ, ਅੱਜ ਅਸੀਂ ਕਿਹਦੇ ਸਿਰ ਵੱਢਾਂਗੇ? ਨਹੀਂ ਸਾਡੇ ਕੋਲ ਜਵਾਬ, ਕਿਉਂਕਿ ਸਾਡੇ ਘਰਾਂ ਵਿੱਚ ਹੋ ਰਿਹਾ। ਤੁਸੀਂ ਦੇਖੋ ਨਿਸ਼ਾਨ ਸਾਹਿਬ ਲੱਗਾ ਹੋਇਆ। ਅੱਜ ਤੱਕ ਆਪਾਂ ਬਹੁਤ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਸਾਧ ਸੰਗਤ, ਕਿਤੇ ਕੋਈ ਗੁਰਦੁਆਰਾ ਸਾਹਿਬ ਤੁਹਾਨੂੰ ਇਦਾਂ ਦਾ ਨਹੀਂ ਮਿਲੇਗਾ ਜਿੱਥੇ ਨਿਸ਼ਾਨ ਸਾਹਿਬ ਲੱਗਾ ਹੋਏ ਪਰ ਥੜਾ ਨਾ ਬਣਿਆ ਹੋਵੇ। ਥੜਾ ਬਣਿਆ ਨਿਸ਼ਾਨ ਸਾਹਿਬ ਲੱਗਦਾ, ਬਿਨਾਂ ਥੜੇ ਤੋਂ ਕਿਤੇ ਨਿਸ਼ਾਨ ਸਾਹਿਬ ਨਹੀਂ। ਅੱਜ ਥੜਾ ਕੀ ਹੈ?
साडे केश निशान सब की है, साडी पग। अज वीरां ने पग्गां ते बन्नियां ने पर थले थड़े नहीं रह गए, केस नहीं रह गए बहुतियां दे। बहुत अजकल ट्रेंड ये फैशन चल पिया। पुछो भी भाई तेरे सिर ते केश नहीं, तू पग बन्नी, बड़ी चंगी गल, बन, असीं टोकदे नहीं, पर जिथे गुरु दी दस्तार सजा के तू इन्ना सोहना लगना है, आ गुरु तो पुछ के तू अपने सिर ते केस रख ले, तेरी शोभा होर वध जावेगी। गुरु घर तेरा सत्कार हो जाएगा, रब दी नज़रां विच तू चंगा बन जाएगा। क्योंकि मेरे बाबे दी बाणी कहंदी कि रब दा जिहड़ा शरीर, भावें रब दा जिहड़ा चिन्ह है ना, वो साडे वर्गा। किदां दा? महाराज जी दी बाणी विच हुंदा है, सोहने नग जिन लमड़े वाला। मेरे बाबे दे वाल बड़े लंबे ने। जिस परथाए महाराज ने कहा जिहड़ा रब दे वाल बड़े लंबे ने। खूब तेरी पगड़ी मीठे तेरे बोल, मेरे रब दी पगड़ी बड़ी सोहनी है। एक जगह ते गुरु अर्जन देव पातशाह कहते ने, साबत सूरत दस्तार सिरा, गुरु कासे किस तरह दा होए, सूरत साबत होई ते दस्तार सिर ते बजी होई। अज थड़े नहीं, निशान सब असी लाए ने, केश नहीं, पग्गां बंदियां ने, मुबारक है बंदियां। कई ते मैं देखिया, खिमा करियो, गुस्सा ना मनाओ, वीर भरा बैठे ने। इस स्टेज तो जे कदी भी मैं नहीं, कोई भी प्रचारक जां कविशर किसी तरह ना प्रचार करे केशां वास्ते, ये ना समझा करो तुहानू बुरा किया जा रहा है। साडा फर्ज है, क्योंकि असीं गुरु नानक दे घर दे कूकर हां, ते कूकर दा फर्ज बनदा है वो भौंके, मालक दे उत्ते डिपेंड है कुत्ते दी सुणदा कि नहीं सुणदा। साडा फर्ज है भौंकना, असीं कहना है। बावां उत्ते खंडे बनाए ने, है कि वो सिर्फ टैटू, बावां ते खंडे बनाए ने। पुछो भी भाई तेरे सिर ते केस नहीं, मुंह ते तू दाढ़ी नहीं रखी, ते खंडा कादे वास्ते? इन्ना प्यार तेनू गुरु दी निशानी ना? कहंदा प्यार पुर कोई नहीं, मैं ते फैशन चलिया तां बनाया होया। किथे चले गए असीं? ये गुरु नानक पातशाह कहंदे ने, सील संजम सुच भन्नी, खाना खाज आहाज, शर्म गया कर अपने। शर्म जेड़ी वो निकल के चली गई। कहंदी इत्थे लोड़ ही नहीं मैनू होण दी, क्योंकि इत्थे बेशर्म हो चुके हैं। इत्थे गैरत चली गई। जिथे बेगैरत है, जिथे बेशर्मी है, उत्थे शर्म दा कोई मतलब नहीं बनता। जिथे पाप है उत्थे सच नहीं हुंदा, वो चलिया जांदा है। जिवें नाम दे नाल हौमे, दोनां दा मिलाप नहीं, जे हौमे है ते नाम चलिया जांदा है। इसे तरह साध संगत कदी पग्गां दा सत्कार हुंदा सी साडे विरसे विच। समां 5 मिनट दा मेरे कोल बचदा, मैं एक घटना कह के खिमत दा जाचक हो जाना है। पिछले समय दे विच जदों अमृतसर दी धरती ते एक जलूस निकलिया, हरबंस लाल खन्ना ने, नौजवान वीर हो सकते इस बारे ना जानते हो, हरबंस लाल खन्ना ने एक जलूस कढ़िया ते उस जलूस दा नारा सी, कंग कड़ा कंगा करपान, समा आउण ते जोर विखा के भेज देंगे पाकिस्तान। ये जलूस कढ़िया, बड़ी वड्डी गिणती दे विच हरबंस लाल खन्ना दे पिछे लोग ने। ये जलूस दे विच वो आकर के शिरकत करते ने, सिखां दी बेदबी कीती जांदी है। होए गुरु रामदास दी नगरी ते साध संगत उत्थे जदों ये पहुंचे ना रेलवे स्टैंड ते, उत्थे एक फोटो लगी पई सी गुरु रामदास महाराज जी दी। खन्ने दे बंदियां ने उस फोटो नूं लाना चाहया, सिखां ने उस फोटो नूं लाण तों रोकिया, क्योंकि बेदबी कर रहे सन। इस हफड़ा दफड़ी दे विच, कुटमार दे विच सरदार बलविंदर सिंह, गुरु रामदास दी नगरी दे लागे उहदा घर है, उथों ये संबंध रखदा सी। इहदी पग लै गई, पग लै गई ते साध संगत हरबंस लाल खन्ना नूं पग पहुंचा दित्ती गई। खन्ने को पग पहुंच गई। हुण सिख दी पग जे कोई दुख ही लै जावे, इहदे तो वड्डा, सब तो वड्डा साध संगत कोई दुख सिख वास्ते शायद इस दुनिया विच होवेगा। बड़ी बगैरत दी गल है। इस सिख दे अंदर बड़ा रोष है। इन्हें जा करके लीडरां दे तरले कीते कि मेरी किरपा करके पग साडी इज्जत है, मेरी इज्जत वापस मोड़ दवो। लीडरां ने बांह नहीं फड़ी। 1 दिन 2 दिन 3 दिन 5 दिन हो गए, सिख दी पग नहीं वापस आई। साध संगत फिर ये गया हरमंदर साहब। उत्थे उस वक्त सूरमा सी जिहदा नाम सी संत खालसा, भिंडरां वाले जिन्हां नूं कहा जांदा है। उन्हां को पहुंचिया, जाकर के कहंदा कि बाबा जी 5 दिन हो गए, खन्ना पग लै गया, अज तक पग नहीं देण आया। मैं बड़ियां लोकां को जाके तरले कीते, मेरी पग नहीं मुड़ी। जोर विच आए, क्रोध विच आए, वीर रस विच आए। साध संगत आए मंजी साहब। उत्थे आकर के उन्होंने एक अनाउंसमेंट की, क्या हरबंस लाल खन्ना 5 दिन तो सिख दी पग नहीं आई, शाम तक दा वक्त देने आ, पग मोड़ देनी ते चंगी नहीं होवेगी। हुण ओदी गर्ज विच कोई रोष सी। साध संगत 2 घंटे भी ना लगे तो सिख दी पग आ गई।
ਹੁਣ ਜਿਹਦੀ ਪੱਗ ਗਈ ਹੋਵੇ ਉਹਨੂੰ ਕਿਤੇ ਸਕੂਨ ਹੁੰਦਾ ਹੈ। ਸ਼ਾਮਾਂ ਦਾ ਸਮਾਂ ਸੀ, ਇਹਨਾਂ ਇੱਕ ਆ ਸਿੱਖ ਬਲਵਿੰਦਰ ਸਿੰਘ ਤੇ ਨਾਲ ਇੱਕ ਸਿੱਖ ਹੋਰ, ਇਹਨਾਂ ਦੋਨਾਂ ਨੇ ਬੰਦੂਕਾਂ ਲਈਆਂ, ਬੁਕਲਾਂ ਮਾਰੀਆਂ ਚਾਦਰਾਂ ਦੀਆਂ ਤੇ ਸਾਧ ਸੰਗਤ ਪਹੁੰਚ ਗਏ। ਹਰਬੰਸ ਲਾਲ ਖੰਨੇ ਦਾ ਮੈਡੀਕਲ ਸਟੋਰ ਸੀ, ਉਹ ਮਰੀਜ਼ ਵੇਖਦਾ ਸੀ। ਇਹ ਸਾਈਡ ਤੇ ਜਾ ਕੇ ਬਹਿ ਗਏ ਵੀ ਚਲੋ ਸਾਨੂੰ ਕਿਹੜਾ ਕਾਹਲੀ ਹੈ, ਪਹਿਲਾਂ ਦਵਾਈ ਦੇ ਲੈਣ ਦਿਓ। ਦਵਾਈ ਦਵਾਈ ਦੇ ਕੇ ਜਦੋਂ ਲੱਗਾ ਸ਼ਟਰ ਨੂੰ ਹੱਥ ਪਾ ਕੇ ਬੰਦ ਕਰਨ, ਇਹਨਾਂ ਸਿੱਖਾਂ ਨੇ ਜਾ ਕਰਕੇ ਬਾਹ ਫੜੀ, ਕਹਿੰਦੇ ਡਾਕਟਰ ਸਾਹਿਬ ਅਸੀਂ ਤੰਗ ਬਣੇ ਆ, ਤੁਸੀਂ ਦੁਕਾਨ ਬੰਦ ਕਰ ਦੇਣ ਲੱਗੇ ਹੋ। ਕਹਿੰਦੇ ਨੇ ਦਵਾਈ ਲੈਣੀ, ਕਹਿੰਦੇ ਹਾਂਜੀ ਦਵਾਈ ਚਾਹੀਦੀ। ਆਜੋ ਫਿਰ ਅੰਦਰ ਗਏ, ਲੱਗਾ ਡੱਬਿਆਂ ਨੂੰ ਹੱਥ ਉੱਤ ਮਾਰਨ, ਕਹਿੰਦਾ ਕੀ ਰੋਗ ਹੈ? ਨਾਲ ਦਾ ਕੂਕੇ ਕਹਿੰਦਾ ਡਾਕਟਰ ਸਾਹਿਬ ਦਵਾਈ ਇਦਾਂ ਦੀ ਦਿਓ, ਖਾਓ ਤੁਸੀਂ ਤੇ ਆਰਾਮ ਮੈਨੂੰ ਆ ਜਾਏ। ਜਦੋਂ ਇਹ ਗੱਲ ਕਹੀ ਉਹ ਕਹਿੰਦਾ ਪਾਗਲ ਹੋ ਗਏ ਹੋ, ਇਦਾਂ ਦੀ ਦਵਾਈ ਨਹੀਂ ਬਣੀ ਵੀ ਖਾਏ ਡਾਕਟਰ ਤੇ ਆਰਾਮ ਮਰੀਜ਼ ਨੂੰ ਆ ਜਾਏ। ਕਹਿੰਦੇ ਤੁਹਾਡੇ ਕੋ ਨਹੀਂ? ਖੰਨਾ ਕਹਿੰਦਾ ਮੇਰੇ ਕੋ ਨਹੀਂ। ਨਾਲ ਦਾ ਗਨਮੈਨ ਵੀ ਖਲੋਤਾ ਸੀ ਭਾਈ ਬਲਵਿੰਦਰ ਸਿੰਘ, ਕਹਿੰਦਾ ਫਿਰ ਅਸੀਂ ਦਿੰਨੇ ਆ, ਸਾਡੇ ਕੋ ਹੈਗੀ ਆ। ਇਹਨਾਂ ਬੰਦੂਕਾਂ ਕੱਢੀਆਂ, ਮਾਰ ਕੇ ਬ੍ਰਿਸ਼ਟ ਤੇ ਸਾਧ ਸੰਗਤ ਖੰਨੇ ਨੂੰ ਦੀ ਦੁਕਾਨ ਵਿੱਚ ਹੀ ਮਾਰ ਦਿੱਤਾ, ਖਤਮ ਕੀਤਾ। ਜਿਹੜਾ ਗਨਮੈਨ ਸੀ ਭੱਜਣ ਲੱਗਾ, ਕਹਿੰਦੇ ਨੇ ਇਹਨੂੰ ਨਾਲ ਜਾ ਕੇ ਚਾਹ ਪਾਣੀ ਦੀ ਸੇਵਾ ਕਰੀ, ਤੂੰ ਵੀ ਨਾਲ ਹੀ ਚੱਲ। ਉਹਨੂੰ ਵੀ ਮਾਰਤਾ ਤੇ ਸਾਧ ਸੰਗਤ ਮਾਰ ਕੇ ਚਲੇ ਗਏ। ਅਗਲਾ ਦਿਨ ਚੜਿਆ, ਨਿਊਜ਼ਪੇਪਰ ਛਪੇ, ਆਵਾਜ਼ ਆਈ, ਦੋ ਆਏ, ਦੋ ਹੀ ਜਾਂਦੇ ਰਹੇ। ਬੀਬੀ ਇੰਦਰਾ ਗਾਂਧੀ ਕੋ ਵੀ ਦੋ ਗਏ, ਪੂਨੇ ਵੀ ਦੋ ਗਏ, ਮੱਸੇ ਰੰਗਣ ਕੋ ਵੀ ਦੋ ਗਏ। ਦੋਵਾਂ ਦੀ ਜੋਟੀ ਬੜੀ ਰਲੀ ਸਿੱਖਾਂ ਦੇ ਵਿੱਚ। ਸਾਧ ਸੰਗਤ ਜਦੋਂ ਇਹ ਸਾਰਾ ਘੱਲੂਕਾਰਾ ਵਾਪਰਿਆ, ਕੰਮ ਵਾਪਰਿਆ, ਅਗਲੇ ਦਿਨ ਬੜਾ ਰੋਲਾ ਪਿਆ। ਦੋ ਆਏ, ਕਿੱਥੋਂ ਆਏ ਪਤਾ ਨਹੀਂ, ਕੌਣ ਸਨ ਇਹ ਪਤਾ ਨਹੀਂ, ਕਿੱਧਰ ਚਲੇ ਗਏ ਪਤਾ ਨਹੀਂ। ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹਨਾ ਵੀ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਾਣੀ ਦਾ ਅਸੂਲ ਸਾਨੂੰ ਉਦੋਂ ਦਿੱਤਾ, ਉਹ ਅੱਜ ਵੀ ਸਾਡੇ ਤੇ ਲਾਗੂ ਹੈ। ਪਰ ਇਹ ਬਹੁਤ ਵੱਡੀ ਸਾਧ ਸੰਗਤ ਸਾਡੀ, ਇਹ ਮੈਂ ਇਹ ਕਹਿ ਦਵਾਂ ਵੀ ਬੜਾ ਵੱਡਾ ਗੁਨਾਹ ਹੈ ਸਾਡਾ ਵੀ ਗੁਰਬਾਣੀ ਤੋਂ ਦੂਰ ਜਾ ਕਰਕੇ ਦੁਨੀਆ ਦੇ ਫੈਸ਼ਨ ਪ੍ਰਸਤੀ ਨਾਲ ਰਲ ਕੇ ਅਸੀਂ ਗੁਰਬਾਣੀ ਦੀ ਵਿਚਾਰ ਤੋਂ ਖੰਡਿਤ ਹੋ ਕੇ ਬਹੁਤ ਦੂਰ ਚਲੇ ਗਏ। ਅੱਜ ਉਸ ਵਿਚਾਰ ਵੱਲ ਮੁੜਨ ਦੀ ਲੋੜ ਹੈ। ਜਿੰਨੇ ਵੀ ਵੀਰ ਭਰਾ ਪਤਿਤ ਹੋਏ ਨੇ, ਭੈਣਾਂ ਜਿਹੜੇ ਸਿਰ ਤੋਂ ਨੰਗੀਆਂ ਚੁੰਨੀ ਨਹੀਂ ਰੱਖਦੀਆਂ, ਤੁਹਾਡਾ ਸਤਿਕਾਰ ਇੱਜ਼ਤ ਦੇ ਨਾਲ ਹੈ। ਸਾਧ ਸੰਗਤ ਕਦੀ ਵੀ ਸਮਾਂ ਨਾ ਆਉਣ ਦਿਓ। ਇਹ ਨਾ ਸੋਚੋ ਵੀ ਸ਼ਾਇਦ ਜੇ ਚੁੰਨੀ ਮੈਂ ਗਲੇ ਵਿੱਚ ਨਾ ਲਾਂਗੀ, ਸਿਰ ਤੇ ਨਾ ਲਾਂਗੀ ਤੇ ਮੇਰਾ ਰੂਪ ਜ਼ਿਆਦਾ ਵਧੇਗਾ। ਨਹੀਂ, ਕਿਤੇ ਮਾਂ ਗੁਜਰੀ ਵੱਲ ਝਾਤ ਮਾਰ, ਉਹਦੇ ਕੋਲ ਸਾਰਾ ਕੁਝ ਹੈ। ਚੁੰਨੀ ਵੀ ਉਹਨੇ ਲਈ ਹੈ, ਪਹਿਨਾਵਾ ਵੀ ਸਿੱਖੀ ਸਰੂਪ ਦਾ ਹੈ ਕਿ ਮਾਂ ਗੁਜਰੀ ਸੋਹਣੀ ਨਹੀਂ ਲੱਗਦੀ, ਕਿ ਮਾਤਾ ਸਾਹਿਬ ਕੌਰ ਸੋਹਣੀ ਨਹੀਂ ਲੱਗਦੀ। ਮਾਤਾ ਭਾਗ ਕੌਰ ਜਿਹੜੀ ਮੋਢੇ ਨਾਲ ਮੋਢਾ ਲਾ ਕੇ ਜੰਗ ਕਰਦੀ, ਉਹਦੇ ਕੋਲ ਸਿੱਖੀ ਸਰੂਪ ਹੈ। ਅੱਜ ਦੀ ਫੈਸ਼ਨ ਗਿਰਦੀ ਵਾਲੀ ਔਰਤ ਨੂੰ ਪੁੱਛੋ ਕਿ ਮਾਤਾ ਭਾਗ ਕੌਰ ਦਾ ਸਰੂਪ ਚੰਗਾ ਨਹੀਂ? ਸਾਧ ਸੰਗਤ ਤੇ ਸਾਡੀ ਸੋਚ ਦਾ ਫਰਕ ਹੈ। ਆਓ ਮੁੜੀਏ ਆਪਣੀ ਸਿੱਖੀ ਵਾਲੇ ਪਾਸੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਸ਼ਰਮ ਗਿਆ ਕਰ ਆਪਣੇ, ਪਤ ਉੱਠ ਚੱਲੀ ਨਾਲ। ਸ਼ਰਮ ਸਰੀਰ ਚੋਂ ਨਿਕਲ ਗਈ, ਬੇਹਜ਼ਾ ਹੋ ਗਏ। ਪਤ ਦਾ ਅਰਥ ਹੈ ਅਣਖ ਵੀ ਨਹੀਂ ਰਹਿ ਗਈ। ਮਹਾਰਾਜ ਅੱਗੇ ਅਖੀਰ ਪੰਕਤੀ ਵਿੱਚ ਕਹਿੰਦੇ ਨੇ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਉਹ ਰੱਬ ਇੱਕ ਸੱਚਾ ਹੈ, ਉਹਦੇ ਤੋਂ ਇਲਾਵਾ ਕੋਈ ਸੱਚਾ ਨਹੀਂ। ਜੇ ਭਾਲ ਕਰਨੀ ਹੈ, ਜੇ ਚਾਹਨਾ ਉਹਨਾਂ ਮਿਲਣਾ, ਤੇ ਉਸ ਸੱਚੇ ਦੀ ਅਰਾਧਨਾ ਕਰ, ਦੁਨੀਆ ਦੇ ਨਾਲ ਰਲ ਕੇ ਨਾ ਚੱਲ। ਕਿਉਂਕਿ ਇੱਕ ਵਿਦਵਾਨ ਕਹਿੰਦਾ, ਜਗਤ ਕੀ ਭੇਡਾਂ ਚਾਲ ਚਲਤੇ ਕੇ ਪਿੱਛੇ ਚਲੇ। ਉਹ ਹਾਲ ਨਹੀਂ ਅਸੀਂ ਬਣਾਣਾ। ਇੱਕ ਪਰਮੇਸ਼ਵਰ ਦੇ ਸ਼ਬਦ ਨੂੰ ਸੁਣ ਕੇ ਸ਼ਬਦ ਦੀ ਵਿਚਾਰ ਨੂੰ ਜੀਵਨ ਵਿੱਚ ਹੰਡਾਣਾ ਹੈ। ਇਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਸੋਹਣਾ ਸੰਦੇਸ਼ ਦਿੱਤਾ ਹੈ। ਸੋ ਸਮੇਂ ਦੀ ਸਮਾਪਤੀ ਹੋ ਗਈ ਹੈ ਜੀ, ਜਿੰਨਾ ਕੁ ਸਮਾਂ ਮਿਲਿਆ ਸੀ। ਸੋ ਇਤਨੇ ਸਮੇਂ ਦੇ ਵਿੱਚ ਗੁਰਬਾਣੀ ਦੀ ਵਿਚਾਰ, ਇਤਿਹਾਸ ਕਹਿੰਦੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਗੁਰੂ ਕੀ ਸੰਗਤ ਬਖਸ਼ਣ ਯੋਗ। ਆਓ ਹੁਣ ਮੇਰੇ ਤੋਂ ਬਾਅਦ ਸਾਡੇ ਬੜੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਦੀਪ ਸਿੰਘ ਹਜ਼ੂਰੀ ਕਥਾਵਾਚਕ, ਉਹ ਆਪਣਾ ਜਿੰਨਾ ਸਮਾਂ ਮੁਨਾਸਬ ਸਮਝਣ ਆਪ ਸੰਗਤਾਂ ਨੂੰ ਗੁਰਸ਼ਬਦ ਦੇ ਵਿਚਾਰ ਰਾਹੀਂ ਜੋੜਨਗੇ। ਆਓ ਇਸੇ ਤਰ੍ਹਾਂ ਇਕਾਗਰਤਾ ਨਾਲ ਗੁਰਸ਼ਬਦ ਦੀ ਵਿਚਾਰਾਂ ਦਾ ਲਾਹਾ ਲੈਣਾ ਹੈ। ਦਾਸ ਨੂੰ ਖਿਮਾ ਤੇ ਜਾ ਚੁਕਾਉਂਦਿਆਂ ਸਾਰੀ ਫਤਿਹ ਦੀ ਸਾਂਝ ਦਾ ਬਖਸ਼ਿਸ਼ ਕਰੋ ਬੁਲਾਰਾ। ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।